Hello dear students, welcome to my channel Education Simplified by OCDC. This is Vinod Kumar Garg. So this is the video for those candidates who are preparing for the exam for the post of child care supervisor under PSSS board, and the topic of this video is pregnancy and child care related top questions along with answers. So if you want to purchase proper test series and theory, then you can contact at my given number 9876371788. So शुरू करते हैं क्वेश्चन नंबर 1. Postpartum depression, that is PPD, occur in approximately what proportion of new mothers? मतलब ਜਿਹੜੀਆਂ ਲੇਡੀਜ਼ ਜਿਹੜੀਆਂ ਫੀਮੇਲ ਫਸਟ ਟਾਈਮ ਮਦਰ ਬਣਦੀਆਂ ਨੇ, ਮਾਂ ਬਣਦੀਆਂ ਨੇ, ਉਹਨਾਂ ਦੇ ਵਿੱਚ ਕਿੰਨੀ ਪ੍ਰੋਬੇਬਿਲਿਟੀ ਹੁੰਦੀ ਹੈ ਕਿ ਉਹਨਾਂ ਦੇ ਵਿੱਚ ਪੋਸਟਪਾਰਟਮ ਡਿਪਰੈਸ਼ਨ ਯਾਨੀ ਕਿ ਪ੍ਰੈਗਨੈਂਸੀ ਯਾਨੀ ਕਿ ਡਿਲੀਵਰੀ ਤੋਂ ਬਾਅਦ ਜੋ ਡਿਪਰੈਸ਼ਨ ਹੁੰਦਾ ਹੈ ਉਸ ਨੂੰ PPD ਯਾਨੀ ਕਿ ਪੋਸਟਪਾਰਟਮ ਡਿਪਰੈਸ਼ਨ ਕਿਹਾ ਜਾਂਦਾ ਹੈ, ਉਸ ਦੀ ਪ੍ਰੋਬੇਬਿਲਿਟੀ ਕਿੰਨੀ ਹੁੰਦੀ ਹੈ? ਤਾਂ ਆਨਸਰ ਆਏਗਾ 10 to 15%, ਦੈਟ ਇਜ਼ 10 ਤੋਂ 15%. ਓਕੇ, ਸੋ ਸਿੰਪਟਮਸ ਕੀ ਹੁੰਦੇ ਨੇ? ਯੂਜੂਅਲੀ ਅਕਰ ਸ਼ਾਰਟਲੀ ਆਫਟਰ ਦਾ ਚਾਈਲਡ ਬਰਥ, ਮਤਲਬ ਬੱਚੇ ਦੇ ਜਨਮ ਤੋਂ ਬਾਅਦ ਹੀ ਇਹ ਡਿਪਰੈਸ਼ਨ ਦੇ ਸਿੰਪਟਮ ਆਉਣੇ ਸ਼ੁਰੂ ਹੋ ਜਾਂਦੇ ਨੇ, ਬਟ ਮੇ ਅਕਰ ਐਜ਼ ਲਾਸਟ ਐਜ਼ 1 ਈਅਰ, 1 ਸਾਲ ਤੱਕ ਇਹ ਸਿੰਪਟਮ ਰਹਿ ਸਕਦੇ ਨੇ, ਲੱਛਣ ਚੱਲ ਸਕਦੇ ਨੇ. ਓਕੇ, ਸੋ PPD ਇਜ਼ ਅ ਸੀਰੀਅਸ ਲੌਂਗ ਲਾਸਟਿੰਗ ਟਾਈਪ ਆਫ ਡਿਪਰੈਸ਼ਨ in the woman that can have harmful effects or consequences for the mother and the child. okay, मतलब माँ ਅਤੇ ਬੱਚੇ ਦੇ ਲਈ ਇਸ ਦੇ ਖਤਰਨਾਕ ਜਿਹੜੇ ਨਤੀਜੇ ਨੇ ਉਹ ਹੋ ਸਕਦੇ ਨੇ PPD ਦੇ ਯਾਨੀ ਕਿ ਪੋਸਟਪਾਰਟਮ ਡਿਪਰੈਸ਼ਨ ਦੇ, ਜੇ ਇਸ ਨੂੰ ਟ੍ਰੀਟ ਨਾ ਕੀਤਾ ਜਾਵੇ ਤਾਂ. ਨੈਕਸਟ ਕੁਐਸਚਨ ਹੈ, the first documentation of PPD can be traced for, मतलब ਜਿਹੜੀ PPD ਹੈ ਜੋ ਪੋਸਟਪਾਰਟਮ ਡਿਪਰੈਸ਼ਨ ਹੈ ਤਾਂ ਪਹਿਲੀ ਵਾਰ ਉਹ ਕਦੋਂ ਓਬਜ਼ਰਵ ਹੋਇਆ ਸੀ, ਜਾਂ ਮਤਲਬ ਕਿਸ ਬੁੱਕ ਦੇ ਵਿੱਚ ਜਾਂ ਕਿਸ ਸਾਇੰਟਿਸਟ ਦੇ ਅੰਡਰ ਉਸ ਨੂੰ ਟਰੇਸ ਕੀਤਾ ਗਿਆ ਗਾ? ਤਾਂ ਉਸ ਦਾ ਆਨਸਰ ਆਏਗਾ ਹਿਪੋਕਰੇਟਸ. ਤਾਂ ਹਿਪੋਕਰੇਟਸ ਇਸ ਨੂੰ ਫਾਦਰ ਆਫ ਮੈਡੀਸਨ ਵੀ ਕਿਹਾ ਜਾਂਦਾ ਹੈ. ਤਾਂ ਉਹਨਾਂ ਦੇ ਟਾਈਮ ਦੇ ਵਿੱਚ PPD ਨੂੰ ਫਸਟ ਟਾਈਮ ਨੋਟੀਫਾਈ ਕੀਤਾ ਜਾ ਚੁੱਕਿਆ ਸੀ. ਓਕੇ, ਸੋ ਹਿਪੋਕਰੇਟਸ ਡਿਸਕਰਾਈਬਡ ਮੀਲਨਕੋਲਿਕ ਐਜ਼ ਦਾ ਸਟੇਟ ਆਫ ਐਵਰਜ਼ਨ ਟੂ ਫੂਡ, ਡਿਸਪੋਡੈਂਸੀ, ਸਲੀਪੀਨੈਸ, ਇਰੀਟੇਬਿਲਿਟੀ ਐਂਡ ਰੈਸਟਲੈਸਨੈਸ. ਮਤਲਬ ਹਿਪੋਕਰੇਟਸ ਨੇ ਇਹਨਾਂ ਦੇ ਕੁਝ ਬਾਰੇ, ਮਤਲਬ PPD ਦੇ ਬਾਰੇ ਕੁਝ ਸਿੰਪਟਮ ਦੱਸੇ ਨੇ. ਤਾਂ ਉਹਨਾਂ 'ਚ ਆਉਂਦਾ ਹੈ ਅਵਰਜ਼ਨ ਆਫ ਫੂਡ, ਠੀਕ ਹੈ, ਜਿਵੇਂ ਕਿ ਮਤਲਬ ਫੂਡ ਦੇ ਵਿੱਚ ਇੰਟਰਸਟ ਨਾ ਹੋਣਾ, ਠੀਕ ਹੈ. ਡਿਸਪੋਟੈਂਸੀ ਹੁੰਦਾ ਨਿਰਾਸ਼ਾ, ਸਲੀਪੀਲੈਸਨੈਸ ਮਤਲਬ ਨੀਂਦ ਨਾ ਆਉਣਾ, ਇਰੀਟੇਬਿਲਿਟੀ ਮਤਲਬ ਚਿੜਚਿੜਾਪਨ, ਅਤੇ ਰੈਸਟਲੈਸਨੈਸ ਮਤਲਬ ਬੇਚੈਨੀ ਦਾ ਹੋਣਾ. ਓਕੇ ਜੀ. ਤੀਸਰਾ ਕੁਐਸਚਨ ਹੈ, ਕਲਚਰਲ ਪਰਸਪੈਕਟਿਵ ਇਨਫਲੂਐਂਸ ਆਲ ਆਫ ਦਾ ਫੋਲੋਇੰਗ ਆਸਪੈਕਟ ਆਫ ਦਾ PPD ਐਕਸੈਪਟ, ਮਤਲਬ ਕਿਸ ਨੂੰ ਛੱਡ ਕੇ ਕਲਚਰ ਦਾ ਪ੍ਰਭਾਵ ਬਾਕੀਆਂ ਉੱਪਰ ਪੈਂਦਾ ਹੈ? ਸੋ ਆਪਣੇ ਕੋਲ ਆਪਸ਼ਨ ਨੇ, ਪਹਿਲਾ ਹੈ ਇੰਸੀਡੈਂਸ, ਮਤਲਬ ਕਿੰਨੀ ਸੰਭਾਵਨਾ ਰਹਿੰਦੀ ਹੈ ਇਸ ਤਰ੍ਹਾਂ ਦੇ ਕੇਸ ਆਉਣ ਦੀ, ਠੀਕ ਹੈ ਜੀ. ਦੂਸਰਾ ਹੈ ਐਕਸਪ੍ਰੈਸ਼ਨ ਆਫ ਸਿੰਪਟਮ, ਕਿ ਸਿੰਪਟਮ ਨੂੰ ਕਿਵੇਂ ਐਕਸਪ੍ਰੈਸ ਕੀਤਾ ਜਾਂਦਾ ਹੈ, ਡਿਪਰੈਸ਼ਨ ਦੇ ਜਿਹੜੇ ਸਿੰਪਟਮ ਹੁੰਦੇ ਨੇ, ਲੱਛਣ ਹੁੰਦੇ ਨੇ. ਤੀਸਰਾ ਹੈ ਇੰਟਰਪ੍ਰੀਟੇਸ਼ਨ ਆਫ ਸਿੰਪਟਮ, ਮਤਲਬ ਲੱਛਣਾਂ ਨੂੰ ਤੁਸੀਂ ਵਿਆਖਿਆ ਕਿਵੇਂ ਕਰਦੇ ਹੋ, ਕਿਵੇਂ ਉਸ ਨੂੰ ਸਮਝਦੇ ਹੋ. ਅਤੇ ਚੌਥੀ ਆਪਸ਼ਨ ਹੈ ਦਾ ਰਿਲੇਸ਼ਨਸ਼ਿਪ ਬਿਟਵੀਨ ਹੈਲਥ ਕੇਅਰ ਪ੍ਰੋਵਾਈਡਰ ਐਂਡ ਪੇਸ਼ੈਂਟ, ਮਤਲਬ ਪੇਸ਼ੈਂਟ ਅਤੇ ਹੈਲਥ ਕੇਅਰ ਪ੍ਰੋਵਾਈਡਰ ਦੇ ਵਿਚਕਾਰ ਕਿਸ ਤਰ੍ਹਾਂ ਦਾ ਰਿਲੇਸ਼ਨ ਰਹਿੰਦਾ ਹੈ. ਤਾਂ ਕਲਚਰ ਦਾ ਜੋ ਪ੍ਰਭਾਵ ਪੈਂਦਾ ਹੈ ਉਹ ਲਗਭਗ ਸਾਰੇ ਹੀ ਇਹ ਆਪਸ਼ਨ ਜੋ ਹੈਗੇ ਨੇ ਸਾਰਿਆਂ 'ਤੇ ਪੈਂਦਾ ਐਕਸੈਪਟ ਇੰਸੀਡੈਂਸ. ਮਤਲਬ ਇਹ ਜਿਹੜੀ PPD ਦੀ ਇੰਸੀਡੈਂਸ ਹੈ ਉਹ ਕਿਸੇ ਵੀ ਕਲਚਰ ਦੇ ਵਿੱਚ ਬਰਾਬਰ ਹੋ ਸਕਦੀ ਹੈ, ਕਲਚਰ ਦਾ ਇੰਸੀਡੈਂਸ ਦੇ ਉੱਪਰ ਕੋਈ ਪ੍ਰਭਾਵ ਨਹੀਂ ਹੁੰਦਾ. ਮਤਲਬ ਕਿਸੇ ਵੀ ਕਲਚਰ 'ਚ ਬਰਾਬਰ ਦੀ ਸੰਭਾਵਨਾ ਹੈ ਕਿ PPD ਹੋ ਸਕਦਾ ਹੈ ਆਫਟਰ ਦਾ ਚਾਈਲਡ ਬਰਥ. ਸੋ ਨੈਕਸਟ ਕੁਐਸਚਨ ਆਪਣਾ ਕੁਐਸਚਨ ਨੰਬਰ 4. ਆਲ ਆਫ ਦਾ ਫੋਲੋਇੰਗ ਆਰ ਕੰਸੀਡਰ ਰਿਸਕ ਫੈਕਟਰ ਫॉर PPD ਵੈਨ ਦੇ ਆਰ ਪ੍ਰੈਜ਼ੈਂਟ ਪ੍ਰਾਇਰ ਟੂ ਪ੍ਰੈਗਨੈਂਸੀ, ਮਤਲਬ ਪ੍ਰੈਗਨੈਂਸੀ ਤੋਂ ਪਹਿਲਾਂ ਕਿਹੜੇ ਕਿਹੜੇ ਇਹੋ ਜਿਹੇ ਸਿੰਪਟਮ ਨੇ ਜਿਹੜੇ ਲੇਡੀਜ਼ ਵਿੱਚ, ਫੀਮੇਲ ਵਿੱਚ ਹੋ ਸਕਦੇ ਨੇ ਅਤੇ ਜਿਸ ਕਾਰਨ PPD ਦੀ ਸੰਭਾਵਨਾ ਵੱਧ ਜਾਵੇਗੀ. ਓਕੇ, ਤਾਂ ਪਹਿਲਾ ਆਪਸ਼ਨ ਹੈ ਇਨਫਰਟੀਲਿਟੀ ਟਰੀਟਮੈਂਟ, ਮਤਲਬ ਬਾਂਝਪਨ ਦਾ ਜੇ ਕਿਸੇ ਨੇ ਇਲਾਜ ਕਰਵਾਇਆ ਹੋਵੇ. ਦੂਸਰਾ ਸੋਸ਼ੀਓ ਇਕਨੋਮਿਕ ਸਟੇਟਸ, ਮਤਲਬ ਆਰਥਿਕ ਅਤੇ ਸਮਾਜਿਕ ਹਾਲਤ ਕੀ ਹੁੰਦੀ ਹੈ ਪੇਸ਼ੈਂਟ ਦੀ, ਠੀਕ ਹੈ, ਉਸਦੇ ਪਰਿਵਾਰ ਦੀ. ਤੀਸਰਾ ਹੈ ਐਕਸੈਸਿਵ ਇਨਵੋਲਵਮੈਂਟ ਆਫ ਫੈਮਿਲੀ ਮੈਂਬਰ. ਚੌਥੀ ਆਪਸ਼ਨ ਹੈ ਪਾਸਟ ਹਿਸਟਰੀ ਆਫ ਡਿਪਰੈਸ਼ਨ, ਕਿ ਪਹਿਲਾਂ ਤੋਂ ਹੀ ਅਗਰ ਉਸ ਨੂੰ ਡਿਪਰੈਸ਼ਨ ਹੋਵੇ ਫੀਮੇਲ ਨੂੰ. ਤਾਂ ਸਹੀ ਉੱਤਰ ਆਏਗਾ ਐਕਸੈਸਿਵ ਇਨਵੋਲਵਮੈਂਟ ਆਫ ਫੈਮਿਲੀ ਮੈਂਬਰ. ਜੋ ਇਹ ਸਿੰਪਟਮ ਹੈ ਇਸ ਦਾ PPD ਨਾਲ ਕੋਈ ਵੀ ਲਿੰਕ ਨਹੀਂ ਹੈ. ਤਾਂ ਸਹੀ ਆਨਸਰ ਆ ਗਿਆ C, ਕੁਐਸਚਨ ਨੰਬਰ 5.
What part of limbic brain is believed to be involved in fight or flight response? ਸੋ ਇਸ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਲਿੰਬਿਕ ਸਿਸਟਮ ਕੀ ਹੁੰਦਾ ਹੈ। ਆਪਣੇ ਬ੍ਰੇਨ ਦੇ ਵਿੱਚ ਇੱਕ ਸਭ ਤੋਂ ਛੋਟਾ ਜਿਹਾ ਇੱਕ ਆਰਗਨ ਹੁੰਦਾ ਹੈ ਜਿਸ ਦਾ ਨਾਮ ਹੈ ਅਮਿਗਡਾਲਾ, ਠੀਕ ਹੈ, ਜਿਸ ਦਾ ਸਿੱਧਾ ਸੰਬੰਧ ਹੁੰਦਾ ਹੈ ਆਪਣੇ ਇਮੋਸ਼ਨਸ ਦੇ ਨਾਲ, ਆਪਣੀਆਂ ਫੀਲਿੰਗ ਦੇ ਨਾਲ, ਆਪਣੀਆਂ ਭਾਵਨਾਵਾਂ ਦੇ ਨਾਲ। ਓਕੇ ਜੀ। ਤੇ ਉਹਦੇ ਨਾਲ ਹੀ ਇੱਕ ਆਰਗੇਨੈਲੀ ਹੁੰਦਾ, ਉਹਦਾ ਨਾਮ ਹੈ ਹਿਪੋਕੈਂਪਸ, ਤੇ ਹਿਪੋਕੈਂਪਸ ਦਾ ਸੰਬੰਧ ਹੁੰਦਾ ਯਾਦ ਨਾਲ, ਯਾਨੀ ਕਿ ਮੈਮੋਰੀ ਦੇ ਨਾਲ। ਸੋ ਇਸ ਤੋਂ ਇਲਾਵਾ ਜੋ ਹਾਈਪੋਥੈਲਮਸ ਹੈ ਦੈਟ ਇਜ਼ ਆਲਸੋ ਦਾ ਪਾਰਟ ਆਫ ਲਿੰਬਿਕ ਸਿਸਟਮ ਐਂਡ ਹਾਈਪੋਥੈਲਮਸ ਇਜ਼ ਇਨਵੋਲਵਡ ਇਨ ਦਾ ਫਾਈਟ ਔਰ ਫਲਾਈਟ ਰਿਸਪੌਂਸ। ਮਤਲਬ ਕਿਸੇ ਵੀ ਐਮਰਜੈਂਸੀ ਘਟਨਾ ਦੇ ਦੌਰਾਨ ਆਪਾਂ ਉੱਥੋਂ ਭੱਜਣਾ ਹੈ ਜਾਂ ਆਪਾਂ ਉਸ ਦੇ ਨਾਲ ਫਾਈਟ ਕਰਨਾ ਹੈ ਤਾਂ ਉਸ ਦੇ ਲਈ ਆਪਾਂ ਨੂੰ ਹਾਈਪੋਥੈਲਮਸ ਜੋ ਹੈ ਉਹ ਆਪਣਾ ਰੋਲ ਪਲੇ ਕਰਦਾ ਹੈ, ਠੀਕ ਹੈ, ਇਹ ਡਿਸਾਈਡ ਕਰਨ ਦੇ ਲਈ ਕਿ ਫਾਈਟ ਕਰਨਾ ਜਾਂ ਫਲਾਈਟ ਕਰਨਾ ਹੈ। ਸੋ ਜਿਹੜਾ ਇਹ ਫੰਕਸ਼ਨ ਹੈਗਾ ਦਾ ਹਾਈਪੋਥੈਲਮਸ ਦਾ, ਤਾਂ ਇਸ ਨੂੰ ਪਹਿਲੀ ਵਾਰ ਡਿਸਕਰਾਈਬ ਕੀਤਾ ਸੀਗਾ 1900 ਦੇ ਦੌਰਾਨ ਬਾਏ ਅਮਰੀਕਨ ਨਿਊਰੋਲੋਜੀਕਲ ਐਂਡ ਫਿਜ਼ੀਓਲੋਜੀਕਲ ਸਾਇੰਟਿਸਟ ਵਾਲਟਰ ਬ੍ਰੈਡਫੋਰਡ ਕੈਨਨ, ਠੀਕ ਹੈ, ਇਸ ਕਰਕੇ ਉਸ ਨੂੰ ਕੈਨਨ ਦੇ ਸਿਧਾਂਤ ਦੇ ਨਾਮ ਤੇ ਵੀ ਜਾਣਿਆ ਜਾਂਦਾ ਹੈ। ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 6, the most common emotional expression of postpartum blues are। ਤਾਂ postpartum blue ਇੱਕ ਬਿਮਾਰੀ ਦਾ ਨਾਮ ਹੈ, ਡਿਸਆਰਡਰ ਦਾ ਨਾਮ ਹੈ ਜਿਸ ਨੂੰ ਬੇਬੀ ਬਲੂ ਵੀ ਕਿਹਾ ਜਾਂਦਾ ਹੈ। ਓਕੇ, ਤਾਂ ਇਹਦਾ ਕਾਮਨ ਇਮੋਸ਼ਨਲ ਐਕਸਪ੍ਰੈਸ਼ਨ ਕੀ ਹੁੰਦਾ ਹੈ? ਤਾਂ ਪਹਿਲੀ ਆਪਸ਼ਨ ਹੈ ਆਪਣੇ ਕੋਲ ਐਗਜ਼ੌਸ਼ਨ ਐਂਡ ਇਰੀਟੇਬਿਲਿਟੀ, ਮਤਲਬ ਜਿਹੜਾ ਬੱਚਾ ਉਹ ਆਪਦੇ ਨੂੰ ਐਗਜ਼ੌਸਟ ਫੀਲ ਕਰਦਾ ਹੈ ਅਤੇ ਚਿੜਚਿੜਾਪਨ ਸ਼ੋਅ ਕਰਦਾ ਹੈ। ਦੂਸਰਾ ਹੈ ਇਨਸਿਸੈਂਟ ਕਰਾਈਂਗ, ਮਤਲਬ ਲਗਾਤਾਰ ਰੋਂਦੇ ਰਹਿਣਾ, ਤੇ ਟੀਅਰਫੁਲਨੈਸ ਮਤਲਬ ਅੱਖਾਂ 'ਚੋਂ ਹੰਝੂ ਬਹਾਉਂਦੇ ਰਹਿਣਾ। ਤੀਜੀ ਆਪਸ਼ਨ ਹੈ ਐਨਜ਼ਾਈਟੀ ਯਾਨੀ ਕਿ ਚਿੰਤਾ, ਉਦਾਸੀ, ਤੇ ਹਾਈਪਰ ਰਿਸਪੌਂਸਿਵਨੈਸ, ਬਹੁਤ ਜ਼ਿਆਦਾ ਰਿਸਪੌਂਸ ਕਰਨਾ। ਮੂਡ ਸਵਿੰਗਸ ਐਂਡ ਸਲੀਪ ਡਿਸਟਰਬੈਂਸ, ਨੀਂਦ ਦੇ ਵਿੱਚ ਦਿੱਕਤ ਆਉਣੀ। ਸੋ ਇਸ ਦਾ ਸਹੀ ਉੱਤਰ ਆਏਗਾ ਇਨਸਿਸੈਂਟ ਕਰਾਈਂਗ ਐਂਡ ਟੀਅਰਫੁਲਨੈਸ। ਨੈਕਸਟ ਹੈ ਕੁਐਸਚਨ ਨੰਬਰ 7, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਕੋਗਨੀਟਿਵ ਸਿਮਟਮ ਆਫ PPD। PPD ਦਾ ਕੋਗਨੀਟਿਵ ਸਿਮਟਮ ਕਿਹੜਾ ਨਹੀਂ ਹੈ? ਕੋਗਨੀਟਿਵ ਮਤਲਬ ਜਿਸ ਦਾ ਇਫੈਕਟ ਬ੍ਰੇਨ ਦੇ ਉੱਪਰ ਹੋਵੇ, ਆਪਣੀ ਥਿੰਕਿੰਗ ਪਾਵਰ ਦੇ ਉੱਪਰ ਹੋਵੇ, ਐਕਸ਼ਨ ਦੇ ਉੱਪਰ ਹੋਵੇ, ਫੀਲਿੰਗ ਦੇ ਉੱਪਰ ਹੋਵੇ, ਤਾਂ ਉਸ ਨੂੰ ਕੋਗਨੀਟਿਵ ਕਿਹਾ ਜਾਂਦਾ ਹੈ। ਤਾਂ ਪਹਿਲੀ ਆਪਸ਼ਨ ਹੈ ਪ੍ਰੀਵੇਸਿਵ ਐਨਜ਼ਾਈਟੀ, ਮਤਲਬ ਬਹੁਤ ਜ਼ਿਆਦਾ ਚਿੰਤਾ, ਬਹੁਤ ਉਦਾਸੀ ਹੋਣਾ। ਦੂਸਰਾ ਹੈਲੂਸੀਨੇਸ਼ਨ, ਹੈਲੂਸੀਨੇਸ਼ਨ ਤੋਂ ਭਾਵ ਹੁੰਦਾ ਹੈ ਜਦੋਂ ਕੋਈ ਚੀਜ਼ ਸਾਹਮਣੇ ਹੋਵੇ ਨਾ ਪਰ ਫਿਰ ਵੀ ਦਿਖੇ, ਠੀਕ ਹੈ, ਰੀਅਲ ਦੇ ਵਿੱਚ ਕੋਈ ਚੀਜ਼ ਐਗਜ਼ਿਸਟ ਨਹੀਂ ਕਰਦੀ ਪਰ ਦਿਖ ਰਹੀ ਹੈ ਤਾਂ ਉਹਨੂੰ ਹੈਲੂਸੀਨੇਸ਼ਨ ਕਿਹਾ ਜਾਂਦਾ ਹੈ। ਤੀਸਰਾ ਹੈ ਡਿਫੀਕਲਟੀ ਕੰਸਨਟਰੇਟਿੰਗ, ਮਤਲਬ ਧਿਆਨ ਨਹੀਂ ਲੱਗਣਾ। ਤੇ ਚੌਥੀ ਆਪਸ਼ਨ ਹੈ ਮੈਮਰੀ ਪ੍ਰੋਬਲਮ। ਤਾਂ ਸਹੀ ਉੱਤਰ ਆਏਗਾ ਹੈਲੂਸੀਨੇਸ਼ਨ। ਹੈਲੂਸੀਨੇਸ਼ਨ ਇਸ ਤਰ੍ਹਾਂ ਦਾ ਕੋਈ ਜਿਹੜਾ ਸਿਮਟਮ ਹੈ ਉਹ ਨਹੀਂ ਹੁੰਦਾ, ਠੀਕ ਹੈ, PPD ਦਾ। ਸੋ ਇਸ ਦੇ ਵਿੱਚ ਆਪਾਂ ਕਹਿ ਸਕਦੇ ਜਿਹੜਾ ਮੈਟਰਨਲ ਡਿਪਰੈਸ਼ਨ ਹੈ, ਜਿਹੜਾ ਮਤਲਬ ਮਾਂ ਨੂੰ ਜਿਹੜੀ ਚਿੰਤਾ ਹੈ, that is demonstrated to contribute to multiple early child development problems। ਮਤਲਬ ਬੱਚੇ ਦੇ ਮੁੱਢਲੇ ਵਿਕਾਸ ਦੇ ਵਿੱਚ ਇਹ ਦਿੱਕਤਾਂ ਆਉਂਦੀਆਂ ਨੇ ਅਗਰ ਮਾਂ ਨੂੰ ਡਿਪਰੈਸ਼ਨ ਹੋਵੇ, ਜਿਸ ਤਰ੍ਹਾਂ ਕਿ ਇੰਪੇਅਰਡ ਕੋਗਨੀਟਿਵ, ਸੋਸ਼ਲ ਐਂਡ ਅਕੈਡਮਿਕ ਫੰਕਸ਼ਨਿੰਗ ਬੱਚੇ ਦੀ ਸਹੀ ਨਹੀਂ ਹੋਵੇਗੀ। ਚਿਲਡਰਨ ਆਫ ਡਿਪਰੈਸਡ ਮਦਰ ਆਰ ਐਟ ਲੀਸਟ 2 to 3 times more likely to develop adjustment problem। ਮਤਲਬ ਜਿਹੜੀਆਂ ਮਦਰ ਡਿਪਰੈਸ਼ਨ ਦੇ ਵਿੱਚ ਹੁੰਦੀਆਂ ਨੇ ਉਹਨਾਂ ਦੇ ਬੱਚਿਆਂ ਦੇ ਵਿੱਚ 2 ਤੋਂ ਲੈ ਕੇ 3 ਗੁਣਾ ਸੰਭਾਵਨਾ ਜ਼ਿਆਦਾ ਹੁੰਦੀ ਹੈ ਕਿ ਉਹ ਬੱਚੇ ਐਡਜਸਟਮੈਂਟ ਪ੍ਰੋਬਲਮ ਤੋਂ ਪੀੜਤ ਹੁੰਦੇ ਨੇ, ਐਡਜਸਟ ਨਹੀਂ ਕਰ ਪਾਉਂਦੇ, ਅਤੇ ਉਹਨਾਂ 'ਚ ਮੂਡ ਸਵਿੰਗ ਬਹੁਤ ਜ਼ਿਆਦਾ ਹੁੰਦੇ ਨੇ। ਓਕੇ, ਕੁਐਸਚਨ ਨੰਬਰ 8, ਹਾਊ ਡਜ਼ ਦਾ ਮਦਰ ਸਟ੍ਰੈਸ ਲੈਵਲ ਅਫੈਕਟ ਦਾ ਫੀਟਸ। ਮਤਲਬ ਮਦਰ ਦੇ ਸਟ੍ਰੈਸ ਲੈਵਲ ਦਾ ਬੱਚੇ ਦੇ ਉੱਪਰ ਕੀ ਪ੍ਰਭਾਵ ਪਏਗਾ? ਪਹਿਲੀ ਆਪਸ਼ਨ ਹੈ ਇਟ ਕਾਜ਼ ਪ੍ਰੀ ਮੈਚਿਓਰ ਬਰਥ। ਦੂਸਰੀ ਹੈ ਇਟ ਕਾਜ਼ ਲੋ ਬਰਥ ਵੇਟ, ਮਤਲਬ ਬੱਚੇ ਜਦੋਂ ਜਨਮ ਹੋਏਗਾ ਬੱਚੇ ਦਾ ਵੇਟ ਘੱਟ ਹੋਏਗਾ ਨਾਰਮਲ ਨਾਲੋਂ। ਥਰਡ ਆਪਸ਼ਨ ਹੈ ਅਫੈਕਟ ਬੇਬੀਜ਼ ਟੈਂਪਰਾਮੈਂਟ, ਮਤਲਬ ਬੱਚੇ ਦੀ ਪਰਸਨੈਲਿਟੀ, ਬੱਚੇ ਦੇ ਐਂਗਰ ਆਦਿ ਨੂੰ ਆਪਾਂ ਕਹਿ ਸਕਦੇ ਹਾਂ ਕਿ ਟੈਂਪਰਾਮੈਂਟ, ਠੀਕ ਹੈ, ਤਾਂ ਉਹਦੇ ਉੱਪਰ ਪ੍ਰਭਾਵ ਪਏਗਾ। ਅਤੇ ਚੌਥੀ ਆਪਸ਼ਨ ਹੈ ਆਲ ਆਫ ਦੀਸ। ਤਾਂ ਸਹੀ ਉੱਤਰ ਆਏਗਾ ਆਲ ਆਫ ਦੀਸ, ਸਾਰਿਆਂ ਦੇ ਉੱਪਰ ਮਦਰ ਦੇ ਸਟ੍ਰੈਸ ਲੈਵਲ ਦਾ ਪ੍ਰਭਾਵ ਪਵੇਗਾ। ਕੁਐਸਚਨ ਨੰਬਰ 9, ਬਿਹੇਵੀਅਰਲ ਸਟੇਟਸ ਇਨ ਦਾ ਫੀਟਸ ਆਰ ਅਸੈਸਡ ਯੂਜ਼ਿੰਗ। ਬੱਚੇ ਦੇ ਬਿਹੇਵੀਅਰਲ ਸਟੇਟਸ ਨੂੰ ਜਾਣਨ ਦੇ ਲਈ ਕਿਹੜੀਆਂ ਕਿਰਿਆਵਾਂ ਨੂੰ ਜਾਣਿਆ ਜਾਂਦਾ ਹੈ ਜਾਂ ਓਬਜ਼ਰਵ ਕੀਤਾ ਜਾਂਦਾ ਹੈ? ਤਾਂ ਇਸ ਦਾ ਸਹੀ ਆਨਸਰ ਆਏਗਾ ਆਈ ਮੂਵਮੈਂਟਸ, ਮਤਲਬ ਬੱਚੇ ਦੀਆਂ ਅੱਖਾਂ ਦੀ ਮੂਵਮੈਂਟ, ਬੱਚੇ ਦਾ ਹਾਰਟ ਰੇਟ, ਉਸ ਦਾ ਪੈਟਰਨ, ਅਤੇ ਬੱਚੇ ਦੀ ਬੋਡੀ ਦੀਆਂ ਮੂਵਮੈਂਟਸ। ਤਾਂ ਆਪਸ਼ਨ ਡੀ ਇਸ ਦਾ ਸਹੀ ਆਨਸਰ ਆਏਗਾ। ਕੁਐਸਚਨ ਨੰਬਰ 10, ਵਿਚ ਰਿਫਲੈਕਸ ਨਾਰਮਲੀ ਪਰਸਿਸਟ ਲੌਂਗੈਸਟ ਆਫਟਰ ਦਾ ਬਰਥ। ਤਾਂ ਬਰਥ ਤੋਂ ਬਾਅਦ ਲੰਬੇ ਸਮੇਂ ਦੇ ਲਈ ਕਿਹੜਾ ਰਿਫਲੈਕਸ ਬੱਚੇ ਦੇ ਅੰਦਰ ਰਹਿੰਦਾ ਹੈ? ਤਾਂ ਇਸ ਦਾ ਆਨਸਰ ਆਏਗਾ ਆਪਸ਼ਨ ਡੀ ਬੈਬਿੰਸਕੀ ਰਿਫਲੈਕਸ। ਓਕੇ, ਬੈਬਿੰਸਕੀ ਰਿਫਲੈਕਸ ਆਕਰਸ ਆਫਟਰ ਦਾ ਸੋਲ ਆਫ ਦਾ ਫੁੱਟ, ਜਿਹੜੀ ਪੈਰ ਦੀ ਅੱਡੀ ਹੁੰਦੀ ਹੈ
दैट हैज़ बीन फर्मली स्ट्रोक्ड, उसनूं थोड़ा जोर दे नाल उसदे उपर प्रैस किया जाता किसी चीज़ के नाल, नुकीली चीज़ के नाल, ठीक है। द बिग टो डाउन मूव अपवर्ड, सॉरी थोड़ी गलती हो गई सी, द बिग टो जो है दैट मूव्स अपवर्ड, ठीक है, ऊपर वाल मूव करता है टूवर्ड्स द टॉप सरफेस ऑफ द फुट। और जिहड़ी बाकी ਉਂਗਲਾਂ ਹੁੰਦੀਆਂ ਨੇ दैट फैन आउट, मतलब वो नीचे वाल नूं झुक जांदियां ने, ठीक है। तो इसकी इमेज तुसी देख पा रहे हो। सो अगर तुसी जिवें देख रहे हो तो पॉजिटिव लिखा है, तो पॉजिटिव तो भाव जिहड़ा अंगूठा है वो पैर का उपर वाल नूं जा रहा है, ठीक है, टॉप सरफेस वाल नूं, ਉਂਗਲਾਂ नीचे नूं मुड़ रही हैं। तो पॉजिटिव जो बेबिंस्की रिफ्लैक्स का बच्चे दे विच होना वो इंडीकेट करता है कि बच्चा जिहड़ा सेंट्रल नर्वस सिस्टम है वो हैल्दी नहीं है, ठीक है जी। सो इस आन इंपॉर्टेंट क्वेश्चंस रिलेटेड टू द चाइल्ड केयर एंड प्रेगनेंसी। So these are very important for your exam for supervisor post. And if you want to purchase the notes and the test series, then contact me at my given number 9876371788. So thank you, thanks for watching. Kindly subscribe my channel. Thank you.